वापस लो मोदी सरकार मुर्दाबाद। पगड़ी सवाल जट्टा लहर जिंदाबाद 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 पगड़ी सवाल जट्टा लहर जिंदाबाद 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 काले कानून वापस लो वापस लो मोदी सरकार मुर्दाबाद 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 पगड़ी सवाल जट्टा लहर जिंदाबाद 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 वापस लो वापस लो किसान एकता जिंदाबाद 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 किसान एकता जिंदाबाद 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 किसान मजदूर एकता जिंदाबाद 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 किसान मजदूर एकता जिंदाबाद जिंदाबाद जिंदाबाद। आप देख रहे हैं अलर्ट इंडिया न्यूज़ और अलर्ट इंडिया न्यूज़ की टीम जो है इस वक्त दिल्ली के लिए रवाना हो चुकी है। इस वक्त हम खड़े हैं हरसा मनसर टोल प्लाजा पे। यहाँ पे जो है अपनी मांगों को लेके जो है वो रुके हुए हैं और इनकी यही मांग है कि 3 जो ये काला कानून भाजपा सरकार द्वारा लगाया गया है इसको वापस लिया जाए। आज हमें ये पता लगा है कि यहाँ से 10 गाड़ियाँ जो हैं वो दिल्ली के लिए रवाना हो रही हैं। हमारे साथ यहाँ पे सारे किसान हैं और उनसे बात करते हैं कि उनका क्या कहना है और दिल्ली में किस तरह से जो है ये एजिटेशन चल रही है और आज ये उनकी सपोर्ट में कितने लोग जा रहे हैं यहाँ से। इनका ये कहना है, इन्होंने ये बताया है कि 10 गाड़ियाँ जो हैं वो यहाँ से जो हैं दिल्ली के लिए रवाना हुई हैं। जी क्या नाम है ਤੁਹਾਡਾ? जी बिल्ले जी दसिए कितनी देर से आप यहाँ पे हैं और क्या मांगे हैं आप आपकी? ਅੱਜ ਜੀ ਸਾਨੂੰ 86 ਦਿਨ ਹੋ ਗਏ ਆ ਇੱਥੇ जी ਤੇ ਸਾਡੀਆਂ ਮੰਗਾਂ ਸੀ ਜਿਹੜੀ ਮੋਦੀ ਸਰਕਾਰ 3 ਕਾਲੇ ਕਾਨੂੰਨ ਲੈ ਕੇ ਆਈ ਹੈ ਅਸੀਂ ਕਹਿੰਦੇ ਆ ਕਿ ਉਹ ਵਾਪਸ ਹੋਣ। ਇਸੇ ਸਿਲਸਿਲੇ 'ਚ ਸਾਨੂੰ ਅੱਜ 38 ਦਿਨ ਹੋ ਗਏ ਦਿੱਲੀ ਬੈਠਿਆਂ ਨੂੰ ਤੇ 5-6 ਵਾਰੀ ਵਾਰਤਾ ਹੋਈ ਹੈ ਉਹਨਾਂ ਨਾਲ ਪਰ ਅਜੇ ਤੱਕ ਸਿਰੇ ਨਹੀਂ ਚੜੀ ਕਿਤੇ। ਤੇ ਅਸੀਂ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀ 4 ਤਰੀਕ ਮੀਟਿੰਗ ਹੈ ਮੋਦੀ ਸਰਕਾਰ 'ਚ ਇਹ 'ਚ ਫੈਸਲਾ ਲਵੇ ਕਿ ਕਾਨੂੰਨ ਵਾਪਸ ਲੈ ਆਂਦੇ ਤੇ ਅਸੀਂ ਘਰਾਂ ਨੂੰ ਮੁੜ ਕੇ ਆਈਏ। अलर्ट इंडिया न्यूज़ में आपका स्वागत है और हम लोग जम्मू से यहाँ पे आए हुए हैं आपकी आवाज़ को सुनने के लिए। तो हमें ये बताइए कि बातें जो हैं सरकार के साथ हो रही हैं, चल रही हैं, पर कहीं ना कहीं बातें जो हैं वो सर अंजाम नहीं आ रही। क्या कहना है आपका? पहले तो आप सभी जो न्यूज़ चैनल है पोर्टल है उनका स्वागत करते हैं हम जहाँ पर हमारी पंजाबी च गल कर सकते आप पंजाबी च करो जी। मतलब पहला तो ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਰਸੇ ਮਾਨਸਰ ਟੋਲ ਪਲਾਜ਼ੇ ਦੇ ਉੱਤੇ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੁਸੀਂ ਖੜੇ ਹੋ ਤੇ ਇੱਥੋਂ ਦੀਆਂ 7 ਕਿਸਾਨ ਜਥੇਬੰਦੀਆਂ ਪਿਛਲੇ 3 ਮਹੀਨੇ ਤੋਂ ਲਗਾਤਾਰ ਇੱਥੇ ਬੈਠੀਆਂ ਹੋਈਆਂ ਹੈ ਇਹ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸਰਕਾਰ ਲਗਾਤਾਰ ਗੱਲ ਨਹੀਂ ਸੁਣ ਰਹੀ, ਅਸੀਂ ਸੱਭਿਅਕ ਲੋਕ ਹੈ, ਪ੍ਰੋਟੈਸਟ ਕਰਨਾ ਸਾਡਾ ਇੱਕ ਸੰਵਿਧਾਨਿਕ ਹੱਕ ਹੈ ਤੇ ਡੈਮੋਕ੍ਰੇਸੀ ਦੇ ਰਾਜ ਦੇ ਵਿੱਚ ਅਸੀਂ ਲਗਾਤਾਰ ਸੜਕਾਂ ਦੇ ਉੱਪਰ ਬੈਠੇ ਹੋਏ ਹਾਂ। ਅੱਜ ਬਾਰਿਸ਼ ਦੇ ਵਿੱਚ ਅਸੀਂ ਖੜੇ ਹਾਂ, ਸਾਡਾ ਅੱਜ ਵੱਡਾ ਜੱਥਾ ਇੱਕ ਦਿੱਲੀ ਨੂੰ ਰਵਾਨਾ ਹੋ ਰਿਹਾ ਹੈ। ਉਹ ਦਿੱਲੀ ਜਿੱਥੇ ਪਿਛਲੇ 1 ਮਹੀਨੇ ਤੋਂ ਅਸੀਂ ਬੈਠੇ ਹੋਏ ਹਾਂ ਅੱਡ-ਅੱਡ ਬਾਰਡਰਾਂ ਦੇ ਉੱਪਰ। ਉੱਥੇ ਹਾਲਾਤ ਇਹ ਹੈ ਵੀ ਜਿੱਥੇ ਲਗਾਤਾਰ ਬੀਜੇਪੀ ਦੇ ਲੀਡਰ ਇਹ ਵੀ ਕਹਿ ਰਹੇ ਆ ਵੀ ਇਹ ਪਿਕਨਿਕ ਮਨਾਉਣ ਜਾ ਰਹੇ ਆ, ਇਹ ਹੋਰ ਕਈ ਗੱਲਾਂ ਕਰ ਰਹੇ ਆ। ਅਸੀਂ ਦੱਸਣਾ ਚਾਹ ਰਹੇ ਹਾਂ ਵੀ ਅਸੀਂ ਉਹ ਲੋਕ ਹੈ ਜਿਹਨਾਂ ਦੇ ਸਿਰ ਦੇ ਉੱਪਰ ਇਹ ਮੁਲਕ ਚੱਲ ਰਿਹਾ ਹੈ। ਖੇਤੀ ਕਰਦੇ ਆਏ ਆ, ਖੇਤੀ ਨਾਲ ਅਨਾਜ ਦੇ ਇੰਨੇ ਵੱਡੇ ਪੱਧਰ ਤੇ ਪੈਦਾ ਕਰਕੇ ਜਿੱਥੇ ਅਸੀਂ ਆਪਣੇ ਪੇਟ ਭਰਦੇ ਆ, ਆਪਣੇ ਪਰਿਵਾਰ ਦਾ ਭਰਿਆ, ਪੂਰੇ ਮੁਲਕ ਦਾ ਵੀ ਭਰਿਆ। ਤੇ ਜਦੋਂ ਅੱਜ ਪੰਜਾਬ ਦਾ ਤੇ ਭਾਰਤ ਦੇ ਕਿਸਾਨ ਦਾ ਜਿਹੜੀ ਹਾਲਤ ਹੈ ਉਹ ਤਰਸਯੋਗ ਹੈ, ਉਹ ਕਰਜ਼ ਦੀ ਹਾਲਤ ਦੇ ਵਿੱਚ ਹੈ ਤੇ ਉਹਦਾ ਜਿਹੜਾ ਨੌਜਵਾਨ ਪੜ੍ਹਿਆ ਲਿਖਿਆ ਨੌਜਵਾਨ ਬੱਚਾ ਹੈ ਉਹ ਪੜ੍ਹਿਆ ਲਿਖਿਆ ਬੇਰੁਜ਼ਗਾਰ ਘਰਾਂ ਦੇ ਵਿੱਚ ਬੈਠਾ ਹੋਇਆ। ਸਰਕਾਰ ਨੂੰ ਜਦੋਂ ਤੱਕ ਕਿਸਾਨਾਂ ਦੇ ਹੱਕ ਦੇ ਲਈ ਖੜਨਾ ਚਾਹੀਦਾ, ਉਹਨਾਂ ਦੇ ਹੱਕ ਦੇ ਲਈ ਕਾਨੂੰਨ ਬਣਾਉਣੇ ਚਾਹੀਦੇ ਆ, ਉਹ ਬਜਾਏ ਕਾਰਪੋਰੇਟ ਵਰਲਡ ਸਰਮਾਏਦਾਰ ਧਿਰਾਂ ਦੇ ਨਾਲ ਕੁਝ ਕੁ ਜਿਹੜੀਆਂ ਕਾਰਪੋਰੇਟ ਲੋਬੀਆਂ ਉਹਨਾਂ ਦੀ ਮਦਦ ਦੇ ਲਈ ਇਹ ਜਿਹੇ ਕਾਲੇ ਕਾਨੂੰਨ ਬਣਾ ਕੇ ਲੈ ਆ ਰਹੀ ਹੈ ਤੇ ਬੇਰੁਜ਼ਗਾਰੀ ਜਿੱਦਾਂ ਕਰੋਨਾ ਮਹਾਮਾਰੀ ਦੇ ਵਿੱਚ ਵੱਡੇ ਪੱਧਰ ਤੇ ਬੇਰੁਜ਼ਗਾਰੀ ਜਿਹੜੀ ਆਈ ਹੈ ਉਹਦੀ ਕੋਈ ਮਦਦ ਨਹੀਂ ਕਰ ਰਹੀ ਹੈ। ਤੇ ਅੱਜ ਲਗਾਤਾਰ ਜਿਹੜੇ ਲੋਕ ਅਸੀਂ ਖੜੇ ਆ ਇਹਨਾਂ ਤੇ ਸਰਕਾਰ ਸੁਣੇ ਚਾਹੇ ਨਾ ਸੁਣੇ, ਸਾਡਾ ਸੰਵਿਧਾਨਿਕ ਹੱਕ ਹੈ ਆਪਣੀ ਗੱਲਾਂ ਕਹਿਣਾ। ਅਸੀਂ ਕਹਿ ਰਹੇ ਹਾਂ ਪਰ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਲਗਾਤਾਰ ਪ੍ਰੋਟੈਸਟ ਦੇ ਰਾਹ ਦੇ ਉੱਪਰ ਲੜਦੇ ਰਵਾਂਗੇ। ਸਾਡੇ ਪੁਰਖੇ ਲੜਦੇ ਆਏ ਆ, ਅਸੀਂ ਵੀ ਲੜ ਰਹੇ ਹਾਂ। अभी तक सर जो वार्ता ही हुई आपकी उसको किस तरह देखते हैं? ਜਿਹੜੀਆਂ ਹਜੇ ਤੱਕ ਗੱਲਾਂ ਹੋਈਆਂ ਆ ਉਹਦੇ ਵਿੱਚ ਦੇਖੋ ਸਰਕਾਰ ਇੰਨੀ ਕੁ ਜ਼ਿਆਦਾ ਸਰਮਾਏਦਾਰ ਧਿਰ ਦੇ ਹੱਕ ਦੇ ਵਿੱਚ ਖੜੀ ਗਈ, ਉਹ ਲੋਕਾਂ ਦੀ ਗੱਲ ਨਹੀਂ ਸੁਣ ਰਹੀ। ਜੇ ਅਸੀਂ ਗੱਲ ਕਰ ਰਹੀਏ ਵੀ ਜੇ ਇੱਕ ਆਖਰ ਦੇ ਵਿੱਚ ਇੱਕ ਆਖਰ ਬੰਦਾ ਵੀ ਡਿਮਾਂਡ ਕੋਈ ਸਰਕਾਰ ਦੀ ਰੱਖਦਾ ਹੈ, ਕਿਉਂਕਿ ਵੋਟ ਦਾ ਅਧਿਕਾਰ ਉਹ ਵੀ ਹੈ,
ਮਾਲਕ ਜਿਹੜੇ ਆ 1.25 ਕਰੋੜ ਲੋਕ ਹੈ ਇਸ ਮੁਲਕ ਦੇ, ਹਰ ਇੱਕ ਨਾਗਰਿਕ ਦਾ ਪੂਰਨਾ ਹੱਕ ਹੈ। ਸਰਕਾਰ ਗੱਲ ਨਹੀਂ ਸੁਣ ਰਹੀ, ਅਸੀਂ ਉਹਦੀ ਨਿਖੇਧੀ ਕਰਦੇ ਹਾਂ ਵੀ ਇਹ ਡੈਮੋਕ੍ਰੇਸੀ ਵਾਲੀ ਗੱਲ ਨਹੀਂ ਰਹਿ ਗਈ, ਇਹ ਡਿਕਟੇਟਰਸ਼ਿਪ ਦੇ ਦੌਰ ਦੇ ਵਿੱਚ ਅਸੀਂ ਖੜੇ ਹਾਂ, ਜਦੋਂ ਲੋਕ ਪਿਛਲੇ 6 ਮਹੀਨਿਆਂ ਦੇ ਉੱਪਰ ਸੜਕਾਂ ਦੇ ਵਿੱਚ ਹੈ, ਟੋਲ ਪਲਾਜ਼ਿਆਂ ਦੇ ਉੱਪਰ ਹੈ, ਵੱਡੇ ਪੱਧਰ ਦੇ ਉੱਪਰ ਅਸੀਂ 41 ਸਾਡੇ ਕਿਸਾਨ ਸ਼ਹੀਦ ਹੋਇਆ। ਅੱਜ ਇੱਕ ਨੌਜਵਾਨ ਕਿਸਾਨ ਗੱਡੀ ਦੇ ਵਿੱਚ ਸੁੱਤਾ ਰਹਿ ਗਿਆ। ਉਹ ਹਾਲਾਤਾਂ ਦੇ ਵਿੱਚ ਜਿਹੜਾ ਸਰਕਾਰ ਹੈ ਕੇਂਦਰ ਦੇ ਵਿੱਚ ਬੈਠੀ ਹੋਈ ਹੈ, ਸਰਕਾਰ ਲਗਾਤਾਰ ਗੱਲ ਹੀ ਨਹੀਂ ਸੁਣ ਰਹੀ। ਇਹ ਨਿਖੇਧੀ ਹੈ ਉਹਦੀ, ਨਲਾਇਕੀ ਹੈ ਉਹਦੀ। आज यहाँ से कितने लोग जा रहे हैं? आज ਲਗਾਤਾਰ ਮਤਲਬ ਅੱਜ ਪਹਿਲਾ ਜੱਥਾ ਸਾਡਾ 50 ਬੰਦਿਆਂ ਦਾ ਜਾ ਚੁੱਕਾ ਹੈ ਤੇ 35 ਕਿਉਂਕਿ ਮੀਟਿੰਗ ਸੀਗੀ ਸਾਡੀ ਇੱਥੇ 7 ਕਿਸਾਨ ਜਥੇਬੰਦੀਆਂ ਦੀ, ਅਸੀਂ ਮੀਟਿੰਗ ਕਰਕੇ ਫ੍ਰੀ ਹੋਏ ਆ ਤੇ 35 ਬੰਦੇ ਸਾਡੇ ਹੋਰ ਜਾ ਰਹੇ ਆ। ਲਗਭਗ 70-75 ਬੰਦਾ ਸਾਡਾ ਰੋਜ਼ ਮੁਕੇਰੀਆਂ ਤੋਂ ਦਿੱਲੀ ਦੇ ਲਈ ਰਵਾਨਾ ਹੋ ਰਿਹਾ। ਅੰਨਦਾਤਾ ਨੂੰ ਅੱਜ ਖਾਲਿਸਤਾਨ ਦਾ ਨਾਂ ਦਿੱਤਾ ਜਾ ਰਿਹਾ ਕਿ ਕੀ ਸਮਝਦੇ ਹੋ ਤੁਸੀਂ? ਦੇਖੋ ਜੇ ਖਾਲਿਸਤਾਨ ਦੀ ਗੱਲ ਕਰਦੇ ਆ, ਮੈਂ ਹਿੰਦੂ ਹਾਂ, ਹਿੰਦੂ ਰਾਜਪੂਤ ਪਰਿਵਾਰ ਦੇ ਵਿੱਚੋਂ ਆਨਾ ਹੈ। ਜਿਹੜੇ ਹਰਸੇ ਮਾਨਸਰ ਟੋਲ ਪਲਾਜ਼ਾ ਤੇ ਜਿੱਥੇ ਤੁਸੀਂ ਖੜੇ ਹੋ, ਇਹ ਹਿੰਦੂ ਬਹੁਮੂਲ ਇਲਾਕਾ ਹੈ। ਇੱਥੋਂ ਦੇ ਪ੍ਰੋਟੈਸਟ ਨੂੰ ਲੀਡ ਕਰਨ ਵਾਲੇ ਲੋਕ ਜਿਹੜੇ ਉਹ ਹਿੰਦੂ ਹੈ, ਉਹ ਵੀ ਸਵਰਨ ਜਾਤੀਆਂ ਦੇ ਵਿੱਚੋਂ ਆਉਂਦੇ ਆ, ਬ੍ਰਾਹਮਣ ਹੈ ਸਾਡੇ ਵਿੱਚੋਂ। ਪਿਛਲੇ 2 ਦਿਨ ਪਹਿਲਾਂ ਇੱਥੇ ਅਸੀਂ ਹਵਨ ਜੱਗ ਕੀਤਾ ਹੈ ਇਸ ਗੱਲ ਨੂੰ ਜਿਹੜਾ ਰੱਖਣ ਦੇ ਲਈ। ਅਸੀਂ ਕੋਈ ਖਾਲਿਸਤਾਨੀ ਨਹੀਂ, ਸਾਡਾ ਕਿਸਾਨੀ ਇਹ ਕਿਸੇ ਇੱਕ ਧਰਮ ਦੇ ਵਿੱਚ ਬਾਧਿਤ ਨਹੀਂ। ਕਿਸਾਨ ਉਹ ਹਿੰਦੂ ਵੀ ਹੈ, ਕਿਸਾਨ ਸਿੱਖ ਵੀ ਹੈ, ਉਹ ਮੁਸਲਿਮ ਵੀ ਹੈ, ਉਹ ਈਸਾਈ ਵੀ ਹੈ। ਪਰ ਜਿਹੜੀ ਕੇਂਦਰ ਦੇ ਵਿੱਚ ਬੈਠੀ ਹੋਈ ਸਰਕਾਰ ਹੈ, ਇਹ ਲਗਾਤਾਰ ਜਿਹੜੀ ਫਿਰਕਾ ਪ੍ਰਸਤੀ ਨੂੰ ਲੈ ਕੇ ਚੱਲਦੀ ਆਈ ਹੈ। ਉਹਦੇ ਵਿੱਚ ਜਿਹੜਾ ਪਿਛਲਾ, ਜੇ ਅਸੀਂ ਪੁਰਾਣਾ ਗੱਲ ਚੱਲ ਜੀਏ, ਗੋਦਰਾ ਕਾਂਡ ਦੀ ਚੱਲ ਜੀਏ, ਜਾਂ 2020 ਦੇ ਵਿੱਚ ਜਿਹੜੇ ਫਰਵਰੀ ਦੇ ਵਿੱਚ ਦੰਗੇ ਹੋਏ, ਮੁਸਲਿਮ ਦੰਗੇ, ਦਲਿਤਾਂ ਦੇ ਵਿੱਚ ਹਮਲੇ ਹੋਏ ਆ, ਇਹ ਜੱਗ ਜ਼ਾਹਰ ਗੱਲ ਹੈ ਜਿਹੜੀ ਹਿੰਦੂ ਤੌਰ ਦੇ ਉੱਪਰ ਲਗਾਤਾਰ ਲੋਕਾਂ ਨੂੰ ਵੰਡ ਰਹੀ ਹੈ। ਪਰ ਅਸੀਂ ਲੋਕ ਭਾਈਚਾਰਕ ਸਾਂਝ ਦੇ ਨਾਲ ਆਪਣੀ ਕਿਸਾਨੀ ਮੰਗਾਂ ਦੇ ਨਾਲ ਖੜੇ ਹਾਂ। ਤੇ ਜਿਹੜਾ ਖਾਲਿਸਤਾਨ ਹੈ, ਮੈਨੂੰ ਤਾਂ ਨਹੀਂ ਜਾਪਦਾ, ਮੈਂ ਹਿੰਦੂ ਹਾਂ, ਲਗਾਤਾਰ ਲੜ ਰਹੇ ਹਾਂ। ਹਿੰਦੂ ਸਿੱਖ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਅੱਜ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਮੰਤਰੀ ਨੂੰ ਜਿਹੜੇ ਪੀਯੂਸ਼ ਗੋਇਲ ਇੱਕ ਵੀਡੀਓ ਵਾਇਰਲ ਹੋਈ ਹੈ, ਉਹ ਧਮਕਾਉਂਦੇ ਪਏ ਨੇ, ਉਹਦੇ ਉੱਪਰ ਕੀ ਕਹਿਣਾ ਚਾਹੁੰਦੇ? ਦੇਖੋ ਪੀਯੂਸ਼ ਗੋਇਲ ਮੰਤਰੀ ਮਿਨਿਸਟਰੀ ਦੇ ਵਿੱਚ ਆ ਗਏ, ਪਰ ਇਹਦਾ ਮਤਲਬ ਇਹ ਥੋੜੀ ਆ ਵੀ ਲੋਕਾਂ ਨੂੰ ਦਰੜਨ ਦੇਣਾ। ਅਸੀਂ ਆਪਣੀ ਡਿਮਾਂਡ ਕਰ ਰਹੇ ਹਾਂ, ਪ੍ਰੋਟੈਸਟ ਕਰ ਰਹੇ ਹਾਂ। ਹੁਣ ਤੁਸੀਂ ਲੋਕਾਂ ਨੂੰ ਭੜਕਾਉਣ ਵੰਡਣ ਦਾ ਜਿਹੜਾ ਤੁਸੀਂ ਕਰ ਰਹੇ ਹੋ, ਉਹਦਾ ਕੋਈ ਫਰਕ ਨਹੀਂ ਪੈਂਦਾ। ਅਸੀਂ ਛੋਟੇ ਭਾਈਚਾਰਕ ਸਾਂਝ ਦੇ ਨਾਲ ਜਿਹੜੇ ਆਪਣੇ ਪਿੰਡ ਸਾਡੇ ਬਸੇ ਹੋਏ ਆ, ਖਾਸ ਕਰ ਪੰਜਾਬ ਦੇ ਵਿੱਚ, ਉਹਦੇ 'ਚ ਹਰ ਬਰਾਦਰੀ ਦਾ ਲੋਕ ਹੈ। ਤੁਸੀਂ ਸੋਚੋਗੇ ਵੀ ਇਹ ਛੋਟੀਆਂ ਵੀਡੀਓ ਜਾਂ ਹੋਰ ਚੀਜ਼ਾਂ ਪਾਉਣ ਦੇ ਨਾਲ ਲੋਕਾਂ ਦੀ ਭਾਈਚਾਰਕ ਸਾਂਝ ਖਰਾਬ ਕਰ ਦਿਓਗੇ, ਇਹ ਮੁਸ਼ਕਲ ਹੈ। ਇਹ ਲੋਕ ਦੋ ਨੋਹਾਂ ਦੀ ਕਿਰਤ ਕਰਨ ਵਾਲੇ ਲੋਕ ਹੈ। ਬਾਬੇ ਨਾਨਕ ਨੇ ਇੱਥੇ ਚਾਹੇ ਹਿੰਦੂ ਪਰਿਵਾਰ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਿਮ, ਜਿਸ ਪੰਜਾਬ ਦੇ ਵਿੱਚ ਰਹਿੰਦੇ ਆ, ਦੋਹਾਂ ਨੋਹਾਂ ਦੀ ਕਿਰਤ ਦੀ ਗੱਲ ਕੀਤੀ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਗੱਲ ਕੀਤੀ। ਅਸੀਂ ਉਹਦੇ ਤੇ ਖੜੇ ਆ, ਚਾਹੇ ਜਿੱਦਾਂ ਮਰਜ਼ੀ ਸਾਡੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੇ ਲਈ ਜੋ ਮਰਜ਼ੀ ਕਰਦੇ ਰਹਿਣ, ਪਰ ਅਸੀਂ ਇਹਨਾਂ ਮਸਲਿਆਂ ਦੇ ਲਈ ਖੜੇ ਆ। ਪਿਛਲੇ 6 ਮਹੀਨਿਆਂ ਤੋਂ ਸੜਕਾਂ ਦੇ ਉੱਪਰ ਖੜੇ ਆ, ਉਦੋਂ ਤੱਕ ਖੜੇ ਰਵਾਂਗੇ ਜਦੋਂ ਤੱਕ ਇਹ ਤਿੰਨੇ ਕਾਲੇ ਕਾਨੂੰਨ, ਚੌਥਾ ਬਿਜਲੀ ਸੋਧ ਬਿੱਲ ਤੇ ਪੰਜਰਾ ਪਰਾਲੀਆਂ ਨੂੰ ਲੈ ਕੇ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ, ਇਹਨੂੰ ਰੱਦ ਨਹੀਂ ਹੁੰਦਾ ਸਿਰੇ ਤੋਂ, ਉਦੋਂ ਤੱਕ ਲੜਦੇ ਰਵਾਂਗੇ, ਚਾਹੇ ਸਾਡੀਆਂ ਜਾਨਾਂ ਚਲੀਆਂ ਜਾਣ। ਥੈਂਕ ਯੂ। ਹੋਰ ਕੋਈ ਬੋਲੇਗਾ? ਬਥੇਰੇ ਬੰਦੇ ਨਹੀਂ ਹੋ ਰਹੀ, ਇਹ ਗੱਲ ਥੋੜੀ ਜਿਹੀ ਘਟਾ ਕੇ ਦੇਖਣ ਵਾਲੀ ਗੱਲ ਹੈ। ਸਰਕਾਰ ਅੜੀ ਹੋਈ ਹੈ, ਲੇਕਿਨ ਕਦਮ ਬ ਕਦਮ ਉਹ ਹਾਰ ਨਹੀਂ ਹੋਈ। ਸਾਡੀ ਗੱਲਬਾਤ ਦੇ ਉੱਤੇ ਆਈ ਹੈ, ਉਹ ਸ਼ੁਰੂ 'ਚ ਸਾਡੀ ਗੱਲਬਾਤ ਨਹੀਂ ਸੁਣਦੀ, ਉਹ ਸੁਣਨ ਵਾਸਤੇ ਮਜਬੂਰ ਹੋਈ ਹੈ। ਮੀਟਿੰਗ ਕਰਨੀ ਪਈ ਹੈ, ਮੀਟਿੰਗ ਦੇ ਵਿੱਚ ਅਖੀਰ ਤੱਕ ਜਿਹੜੀਆਂ ਸੜਕਾਂ ਹੋਈਆਂ ਹੁਣ ਤਾਈਂ, ਉਹਨਾਂ ਵਿੱਚ ਉਹਨੂੰ ਮੰਨਣਾ ਪਿਆ 80% ਇਹ ਨੁਕਸ ਹੈ। ਜਿਹੜੇ ਕਾਨੂੰਨ ਹੈ, ਕਾਨੂੰਨਾਂ ਦੇ ਮਸੌਦੇ ਵਿੱਚ 80% ਗਲਤੀਆਂ ਸਾਡੀ ਗੱਲਬਾਤ ਦੇ ਵਿੱਚ ਉਹ ਮੰਨੀਆਂ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਜੇ 80% ਮਕਾਨ ਡਿਗੂ ਕਰਨ ਵਾਲਾ, ਇਹ ਮਕਾਨ ਨੂੰ ਅਬੋਲਿਸ਼ ਕਰ ਦੇਣਾ ਚਾਹੀਦਾ, ਢਾਹ ਦੇਣਾ ਚਾਹੀਦਾ ਇਹਨੂੰ। ਇਸ ਤਰ੍ਹਾਂ ਸਾਡੀ ਗੱਲਬਾਤ ਦੇ ਵਿੱਚ ਲਗਾਤਾਰ ਅਸੀਂ ਉਹਨਾਂ ਦੀ ਹਿੱਕ ਤੇ ਜੜੇ ਆ। ਇਹ ਗਲਤ ਹੈ ਵੀ ਸਰਕਾਰ ਗੱਲ ਨਹੀਂ, ਅਸੀਂ ਲੋਕ ਆਪਣੀ ਗੱਲ ਸੁਣਾਉਣ ਵਿੱਚ ਸਫਲ ਹੋਏ ਆ। ਇਹ ਠੀਕ ਆ, ਮਾਮਲਾ ਮੁੱਕ ਨਹੀਂ ਰਿਹਾ, ਲੇਕਿਨ ਜਿਸ ਸਪੀਡ ਨਾਲ ਅਸੀਂ ਉਹਨਾਂ ਦੀ ਜਿੱਤ ਪ੍ਰਾਪਤ ਕਰਦੇ ਜਾ ਰਹੇ ਹਾਂ, ਜਿਸ ਸਪੀਡ ਦੇ ਨਾਲ ਅਸੀਂ ਆਪਣਾ ਸੱਚ ਉਜਾਗਰ ਕਰਦੇ ਜਾ ਰਹੇ ਹਾਂ, ਸਾਨੂੰ ਪੂਰਾ ਭਰੋਸਾ ਅਸੀਂ ਉਹਨਾਂ ਨੂੰ ਹਰ ਹਾਲਤ 'ਚ ਮਨਵਾ ਕੇ ਰਵਾਂਗੇ ਔਰ ਆਪਣੀਆਂ ਮੰਗਾਂ ਜਿਹੜੀਆਂ ਮਨਵਾਵਾਂਗੇ, ਸਾਰੀ ਦੁਨੀਆ ਦੇਖੇਗੀ। ਤੁਹਾਡੇ 2 ਮੰਗਾਂ ਜਿਹੜੀਆਂ ਉਹ ਮੰਨ ਗਈਆਂ, ਇੱਕ ਬਿਜਲੀ ਦੀ ਜਿਹੜੀ ਇਹ ਜਿਹੜੀ 2 ਮੰਗਾਂ ਦਾ ਸਵਾਲ ਹੈ, ਸਾਡੇ ਸਾਹਮਣੇ ਇੱਕ ਛੁੰਛਣਾ ਬਣਾਉਣ ਦੀ ਗੱਲ ਹੈ ਵੀ ਇਹਨਾਂ ਨੂੰ ਢਿੱਲੇ ਪਾ ਕੇ, ਇਹਨਾਂ ਦੀ ਨਰਵਸ ਨੂੰ ਢਿੱਲਾ ਕਰਕੇ ਤੇ ਇਹਨਾਂ ਨੂੰ ਪਤਿਆ ਲਾਂਗੇ। ਇਹ ਪਤਿਆਏ ਨਹੀਂ ਜਾਣੇ। ਜਿਹੜਾ ਬੁਨਿਆਦੀ ਮਸਲਾ, ਜਿਹੜਾ ਜਿਸ ਕਰਕੇ ਅਸਲੀ ਫੋੜਾ, ਉਹ ਫੋੜਾ ਚਿੱਪੀਆਂ ਨਾਲ ਨਹੀਂ ਹੱਲ ਹੋਣਾ, ਛੁੰਛਣਿਆਂ ਨਾਲ ਨਹੀਂ ਹੱਲ ਹੋਣਾ। ਜਦ ਤੱਕ ਉਹਦੇ ਮਸਲੇ ਹੱਲ ਨਹੀਂ ਕੀਤੇ, ਬੁਨਿਆਦੀ ਮਸਲਾ ਨਹੀਂ ਹੱਲ ਹੁੰਦਾ, ਕੋਈ ਮਸਲਾ ਨਹੀਂ ਹੱਲ ਹੋਵੇਗਾ। ਇਹਨਾਂ ਚਿੱਪੀਆਂ ਦਾ ਕੋਈ ਅਰਥ ਨਹੀਂ ਹੋਏਗਾ। ਜਿੰਨੀ ਕੁਰਬਾਨੀ ਸਿੱਖਾਂ ਨੇ ਦਿੱਤੀ ਹੈ, ਜਿੰਨਾ ਰੋਲ ਜਿਹੜਾ ਆਜ਼ਾਦੀ ਪੰਜਾਬੀਆਂ ਨੇ ਕੀਤੀ ਹੈ, ਪੰਜਾਬੀਆਂ ਨੇ ਕਿਉਂ ਉਸ ਚੀਜ਼ ਨੂੰ ਦਰਕਰਾਰ ਕਰਕੇ ਸਰਕਾਰ ਜਿਹੜੀ ਆ ਉਹ ਵੱਡ ਵਡਾ ਕਰਾ? ਇਹਦਾ ਜਵਾਬ ਤਾਂ ਸਰਕਾਰ ਦੇਣ ਨੂੰ ਚਾਹੀਦੀ ਹੈ। ਸਰਕਾਰ ਨੂੰ ਇਹ ਸਵਾਲ ਮੇਰੇ ਤੇ ਨਹੀਂ ਹੁੰਦਾ, ਇਹ ਸਰਕਾਰ ਨੂੰ ਦੇਣਾ ਚਾਹੀਦਾ। ਲੇਕਿਨ ਅਸੀਂ ਸਮਝਦੇ ਹਾਂ ਸਿਰਫ 2 ਕਾਰਨ ਹੈ ਪੰਜਾਬ ਉਹਨਾਂ ਨੂੰ ਕਿਉਂ ਚੁੱਭਦਾ ਹੈ। ਇੱਕ ਤੇ ਇਸ ਕਰਕੇ ਇਹ ਮਿਲੀਟੈਂਟ ਬਹੁਤ ਹੈ, ਸ਼ਕਤੀਸ਼ਾਲੀ ਹੈ ਤੇ ਤਿਆਗ ਲਈ ਸਿਰ ਲਾਏ ਖੜੇ ਹੋ ਜਾਂਦੇ ਆ। ਵਿਦੇਸ਼ੀਆਂ ਦੇ ਖਿਲਾਫ 35 ਵਾਰ ਇਤਿਹਾਸ ਦੇ ਵਿੱਚ ਆਏ ਆ ਪੰਜਾਬ ਬਾਹਰੋਂ ਲੋਕ,
ਪੰਜਾਬ ਲੋਕ ਲੜਦੇ ਰਹੇ ਆ। ਜਿੰਨਾ ਚਿਰ ਦੇ ਬਾਹਰ ਲੜਦੇ ਆ ਚੰਗੇ ਲੱਗਦੇ ਆ, ਇਹ ਕਹਿੰਦੇ ਆ ਇਹ ਸਾਡੀ ਭੁਜਾ ਹੈ। ਲੇਕਿਨ ਜਦੋਂ ਕੇਂਦਰ ਦੇ ਨਾਲ ਲੜਦੇ ਆ ਤੇ ਅੱਜ ਹੁਣ ਦੇਸ਼ ਆਜ਼ਾਦ ਹੋ ਗਿਆ, ਪਾਰਲੀਮੈਂਟਰੀ ਸਿਸਟਮ ਆ ਗਿਆ, ਜਦੋਂ ਲੋਕਾਂ ਨੇ ਆਪਣੀਆਂ ਮੰਗਾਂ ਮਨਾਉਣੀਆਂ ਤੇ ਉਹਨਾਂ ਨੂੰ ਚੁੱਭਦੇ ਆ। ਪਰ ਪੰਜਾਬ ਉਹਨਾਂ ਨੂੰ ਇਸ ਕਰਕੇ ਚੁੱਭਦਾ, ਹੁਣ ਵੀ ਚੁੱਭ ਰਿਹਾ ਵੀ ਇਹਨੇ ਸਾਰੇ ਇਹ ਤਾਂ ਚਾਹੁੰਦੇ ਵੀ MSP ਦੋਵਾਂ ਸੂਬਿਆਂ 'ਚ ਹੈਗੀ ਆ, ਮੁਕਾ ਦਈਏ। ਉਹ ਹੁਣ ਸਾਰੇ ਹਿੰਦੁਸਤਾਨ ਦੀ ਗੱਲ ਪੈ ਗਈ ਆ। ਇਹਦਾ ਵੀ ਉਹਨਾਂ ਨੂੰ ਦੁੱਖ ਹੈ ਵੀ ਇਹ ਪੰਜਾਬ ਨੇ ਕਰ ਲਈ ਆ। ਜਿਹੜੀ ਅਸਲੀ ਗੱਲ ਹੈ, ਬਾਬੇ ਨਾਨਕ ਨੇ ਤੁਹਾਨੂੰ ਦੱਸੀਏ ਤੁਹਾਡੀ ਜਾਣਕਾਰੀ ਵਾਸਤੇ ਇਹ ਗੱਲ ਕਹੀ ਹੈ ਵੀ ਪੂੰਜੀ ਜਿਹੜੀ ਹੈ ਉਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੋ ਸਕਦੀ। ਤੇ ਜਿਹੜੇ ਵਪਾਰੀ ਟੋਲੇ ਆ, ਜਿਹੜੇ ਪਾਪ ਨਾਲ ਪੈਸਾ ਇਕੱਠਾ ਕਰਨ ਵਾਲੇ ਆ, ਉਹਨਾਂ ਨੂੰ ਬਾਬਾ ਨਾਨਕ ਕਿੱਦਾਂ ਚੰਗਾ ਲੱਗੇਗਾ, ਉਹਨਾਂ ਨੂੰ ਸਿੱਖ ਕਿੱਦਾਂ ਚੰਗੇ ਲੱਗਣਗੇ। ਬਾਬੇ ਨਾਨਕ ਦੀ ਬਾਣੀ ਦਾ ਪੰਜਾਬ 'ਚ ਅਸਰ ਹੈ। ਪੰਜਾਬ ਇਸ ਕਰਕੇ ਚੁੱਭਦਾ। ਇਹ ਵਪਾਰੀ ਜਿਹੜੇ ਨਰੋਲ ਵਪਾਰੀ ਆ, ਇਹਨਾਂ ਨੂੰ ਕਿਸੇ ਧਰਮ ਨਾਲ ਕੋਈ ਵਾਸਤਾ ਨਹੀਂ। ਨਾ ਇਹ ਹਿੰਦੂਆਂ ਦੇ ਸਕੇ ਆ, ਨਾ ਇਹ ਸਿੱਖਾਂ ਦੇ, ਨਾ ਕਿਸੇ ਹੋਰ ਧਰਮ ਦੇ ਸਕੇ ਆ। ਇਹ ਮੁਨਾਫਿਆਂ ਦੇ ਭੁੱਖੇ ਹਲਕੇ ਹੋਏ ਕੁੱਤੇ ਆ, ਸਮਝਿਏ। ਇੱਕ ਸਿਰਫ ਇੱਕੋ ਗੱਲ ਹੈ, ਇਸ ਕਰਕੇ ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ। ਇਹਨਾਂ ਨੂੰ ਤਾਕਤ ਦੇ ਨਾਲ ਹੀ, ਲੋਕਾਈ ਦੇ ਬਲ ਦੇ ਨਾਲ ਹੀ, ਜਿਹੜੀ ਹੁਣ ਲੋਕਾਈ ਦੀ ਤਾਕਤ ਸਾਹਮਣੇ ਆ ਰਹੀ ਹੈ, ਦੁਨੀਆ ਦਾ ਕੁੱਲ ਕੌਮਾਂਤਰੀ ਭਾਈਚਾਰਾ ਆ ਰਿਹਾ। ਇਸ ਕਰਕੇ ਇਹਨਾਂ ਨੂੰ ਹਾਰਨਾ ਹੀ ਪਵੇਗਾ। ਇਹਨਾਂ ਨੂੰ ਇਹ ਬਿੱਲ ਜਿਹੜੇ ਆ ਵਾਪਸ ਲੈਣੇ ਪੈਣਗੇ। MSP ਸਾਰੇ ਦੇਸ਼ ਨੂੰ ਦੇਣੀ ਪਏਗੀ, ਕੇਵਲ 2 ਸੂਬਿਆਂ ਨਹੀਂ, ਸਾਰੇ ਦੇਸ਼ 'ਚ ਦੇਣੀ ਪਏਗੀ। ਨਹੀਂ ਵਾਪਸ ਲੈਂਦਾ, ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ। ਇਹ ਅੱਜ ਇਹ ਮੋਦੀ ਸਰਕਾਰ ਨੂੰ ਸਾਡਾ ਚੈਲੰਜ ਆ, ਜਿੰਨਾ ਚਿਰ ਸਾਡੇ ਕਾਨੂੰਨ ਰੱਦ ਨਹੀਂ ਕਰਦਾ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਤੁਸੀਂ ਕੀ ਸਮਝਦੇ, ਸਵਾਮੀਨਾਥਨ ਰਿਪੋਰਟ ਜਿਹੜੀ ਹੈ ਲਾਗੂ ਹੋਣੀ ਚਾਹੀਦੀ ਕਿ ਨਹੀਂ? ਸਵਾਮੀਨਾਥਨ ਜਿਹੜੀ ਸਾਡੇ ਹੱਕਾਂ 'ਚ ਉਹ ਤੇ ਕਰਦੇ ਨਹੀਂ ਲਾਗੂ, ਜਿਹੜੀ ਸਾਡੇ ਵਿਰੋਧ 'ਚ ਆ ਉਹਨੂੰ ਲਾਗੂ ਕਰਨ ਡਏ ਆ। ਉਲਟਾ ਤੇ ਕੰਮ ਕਰ ਰਹੀ ਆ ਸਰਕਾਰ। ਜਿਹੜੀ ਅਸੀਂ ਚਾਹੁੰਦੇ ਆ ਉਹ ਲਾਗੂ ਕਰਨ ਜਾਂ ਕਰ ਦੇਣਾ ਅਸੀਂ ਉੱਠ ਕੇ ਚੱਲ ਜਾਂਦੇ ਘਰ ਨੂੰ। ਸਵਾਮੀਨਾਥਨ ਰਿਪੋर्ट ਕਰਨ ਲਾਗੂ। सरकार के लोग ये कह रहे हैं कि किसानों को भटकाया जा रहा है। सानू किसी ने नहीं भटकाया। आज जिन्ने लोग आ सारे दुखी आ, मजदूर किसान अपनी मर्जी के नाल इत्थे आ के बैठे आ। वेख लो मीह वरदे जिहड़े इत्थे आण के डटे आ, ये इन्हां नूं पढ़ा सकदा? ये सारे पढ़े लिखे लोग ही कुछ लोग हैं जो ये वो किसान पुराने किसान नहीं रहे, अनपढ़ किसान मुक गए आ, वो मर गए बेचारे, शहीद हो गए आ। ये हुण ये पढ़े लिखे किसान आ गए आ। ਇਹ ਕਿਸੇ ਗੱਲ ਤੋਂ ਨਹੀਂ ਡਰਦੇ। ਇਹ ਸਰਕਾਰ ਨੂੰ ਚੈਲੰਜ ਕਰਦੇ ਆਂ ਅਸੀਂ ਵੀ ਜੇ ਸਾਡਾ ਵੱਧ ਤੋਂ ਵੱਧ ਜਿਹੜੀ ਆ ਸਾਡੇ ਜਿਹੜੇ ਹੱਕਾਂ ਦੀ ਆ ਰਾਖੀ ਕਰੋ, ਜੇ ਨਹੀਂ ਤਾਂ ਅਸੀਂ ਤੁਹਾਡਾ सख्त विरोध करांगे। सर आप क्या समझते हैं कि जो सरकार वो एक तानाशाही रवैया जो इख्तियार कर रही है? ये औरंगजेब ने अज तो 100 साल पहला औरंगजेब ने यह मतलब साडे ते तशद्दद कीते, ये उन्हां भी माड़ी सरकार आ। औरंगजेब नाल भी माड़ी सरकार आ। एक मनु पैदा होया, मुसलमान राजा होया, उन्हें भी इस तो वध तशद्दद कीता सी। उदों एक गीत चलिया सी, मनु साडी दातरी असी मनु दे सोए, जो जो मनु वढ़दा असी दून सवाए होए। ये वो अज इतिहास सिरजा जा रहा। सरकार नूं कहना बंदे दा पुत्त बन जा, नहीं तो तेरा ये जड़ियां जड़ा पुट दियांगे। असीं जड़ा पटोगियां कि हम जड़ा रहेगा जी। वापस लो, वापस लो, वापस लो। किसान एकता जिंदाबाद, जिंदाबाद, जिंदाबाद। किसान एकता जिंदाबाद, जिंदाबाद, जिंदाबाद। किसान मजदूर एकता जिंदाबाद, जिंदाबाद, जिंदाबाद। ਗੁਰਨਾਮ ਸਿੰਘ ਜੀ। ਤੁਸੀਂ ਇੱਥੇ ਸਾਰੇ 83 ਦਿਨ ਤੋਂ ਪਿਛਲੇ 83 ਦਿਨ ਤੋਂ ਬੈਠੇ ਹੋ। ਹਾਂਜੀ। ਤੁਹਾਡੀਆਂ ਕੀ ਮੰਗਾਂ ਜਿਹੜੀ ਤੁਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿਹੜੀਆਂ ਚੀਜ਼ਾਂ ਸਾਨੂੰ ਸਰਕਾਰ ਨੇ ਕਾਨੂੰਨ ਬਣਾ ਕੇ ਦੇ ਦਿੱਤੀ ਦੀਆਂ, ਇਹਨਾਂ ਦੀ ਅਸੀਂ ਕਦੇ ਵੀ ਮੰਗ ਨਹੀਂ ਕੀਤੀ। ਸਾਡੇ ਮੰਡੀਕਰਨ ਬੋਰਡ ਜਿਹੜਾ MSP ਜਿਹੜੀ ਹੈ, ਜਿਹਨੇ 2 ਚੀਜ਼ਾਂ ਤੇ ਇਹਨਾਂ ਨੇ ਦਿੱਤੀ ਹੋਈ ਹੈ, ਦਿੱਤੀ ਤਾਂ ਬਾਕੀ ਚੀਜ਼ਾਂ ਫਸਲਾਂ ਤੇ ਵੀ ਹੈ, ਉਹ ਲਾਗੂ ਨਹੀਂ ਹੈ। ਪਰ ਜਿਹੜੀ ਦਿੱਤੀ ਹੋਈ ਹੈ, ਅਸੀਂ ਇਹਨਾਂ ਬਾਰੇ ਕਦੇ ਕੋਈ ਮੰਗ ਨਹੀਂ ਕੀਤੀ ਵੀ ਸਰਕਾਰ ਸਾਡੇ ਤੇ ਇਹ ਨਵੇਂ ਕਾਨੂੰਨ ਜਿਹੜੇ ਹੈ ਉਹ ਥੋਪ ਦੇਵੇ। ਇਹ ਸਰਕਾਰ ਨਾਲ ਧੱਕੇ ਨਾਲ ਜਿਹੜਾ ਮੰਡੀਕਰਨ ਬੋਰਡ ਹੈ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ, ਉਹਨੂੰ ਤੋੜਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ। ਤਾਂ ਉਹਦੇ ਵਿਰੋਧ ਦੇ ਵਿੱਚ ਜਿਹੜੇ ਕਿਸਾਨ ਹੈ ਜਾਂ ਜਿਹੜੇ ਮਜ਼ਦੂਰ ਹੈ ਉਹ ਸੜਕਾਂ ਤੇ ਆ ਗਏ, ਕਿਉਂਕਿ ਇਹਦੇ ਨਾਲ ਸਾਰਾ ਹਿੰਦੁਸਤਾਨ ਦਾ ਜਿਹੜਾ ਆਰਥਿਕ ਢਾਂਚਾ ਉਹ ਡੁੱਬ ਜਾਣਾ। ਕਿਉਂਕਿ ਜਿਹੜੇ ਕਰੋਨਾ ਦੀ ਆੜ ਦੇ ਵਿੱਚ 21 ਬਿੱਲ ਮੋਦੀ ਸਰਕਾਰ ਨੇ ਪਾਸ ਕੀਤੇ ਹੈ, ਉਹਦੇ ਬਾਰੇ ਹਾਲੇ ਤੱਕ ਲੋਕਾਂ ਨੂੰ ਤਾਂ ਨਹੀਂ ਪਤਾ, ਕਿਉਂਕਿ ਉਹ ਅਜੇ ਲਾਗੂ ਨਹੀਂ ਹੋਏ। ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਵਿਚਰਨ ਨਹੀਂ ਲੱਗਾ, ਜਿਹਦੇ ਨਾਲ ਸਾਰਾ ਜਿਹੜਾ ਆਰਥਿਕ ਢਾਂਚਾ ਉਹ ਪ੍ਰਭਾਵਿਤ ਹੋਣਾ। ਹਾਲੇ ਤੱਕ ਲੋਕ ਉਹਨਾਂ ਤੋਂ ਜਾਗਰੂਕ ਨਹੀਂ। ਇਸੇ ਗੱਲ ਕਰਕੇ ਜੋ ਜਾਗਰੂਕ ਲੋਕ ਹੈ ਆਪਣੇ ਆਪ, ਇਹਨਾਂ ਨੂੰ ਕਿਸੇ ਨੇ ਸਿਖਾਇਆ ਨਹੀਂ, ਉਹ ਇੱਥੇ ਧਰਨਿਆਂ ਤੇ ਬੈਠੇ ਹੋਏ ਆ। ਤੇ ਦਿੱਲੀ ਵੀ ਇਸੇ ਗੱਲ ਕਰਕੇ ਲੋਕ ਬੈਠੇ ਜਿਨ੍ਹਾਂ ਪੂਰੀ ਤਰ੍ਹਾਂ ਸੁਚੇਤ ਨੇ। सर सरकार तो कह रही है किसानों के फायदे के लिए बिल है। ਦੇਖੋ ਜੀ, ਜਿਹੜੀ ਸਰਕਾਰ ਇਹਨਾਂ ਨੂੰ ਫਾਇਦੇ ਲਈ ਕਹਿ ਰਹੀ ਹੈ, ਇਹ ਜਿਹੜੀ ਮਮਤਾ ਹੈ ਇਹਨੇ ਵੀ, ਤੇ ਜਿਹੜੇ ਜੇਤਲੀ ਹੈ ਕਾਂਗਰਸ ਸਰਕਾਰ ਦੇ ਵਿੱਚ, ਇਹਨਾਂ ਨੇ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਹੋਇਆ ਜੀ। ਜਿਹੜੀ ਸਰਕਾਰ ਇਹਨੂੰ ਜਾਇਜ਼ ਠਹਿਰਾ ਰਹੀ ਹੈ, ਇਹਨਾਂ ਨੇ ਇਹ ਚੀਜ਼ਾਂ ਨੂੰ, ਸੁਸ਼ਮਾ ਸਵਰਾਜ ਨੇ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਹੋਇਆ।
ਤੇ ਉਹ ਸਰਕਾਰ ਉਹਨੂੰ ਜਾਇਜ਼ ਕਿਸ ਤਰੀਕੇ ਨਾਲ ਕਹਿ ਰਹੀ ਹੈ। ਤੇ ਇਹ ਚੀਜ਼ਾਂ ਮੰਨੀਆਂ ਨਹੀਂ। ਇਹ ਤਾਂ ਇਸ ਤਰ੍ਹਾਂ ਕਹਿ ਰਹੇ ਨੇ ਜਿਵੇਂ ਇੱਕ ਟੂਲ ਪਲਾਜ਼ੇ ਤੋਂ ਬਾਈਪਾਸ ਸੜਕ ਬਣਾ ਦਿਓ। ਮੰਡੀਕਰਨ ਬੋਰਡ ਜਿਹੜਾ ਇਹ ਲਿਆ ਰਿਹਾ, ਜਿਹੜਾ MSP ਇਹ ਲਿਆ ਰਿਹਾ, ਪ੍ਰਾਈਵੇਟ ਮੰਡੀ ਲਿਆ ਰਿਹਾ, ਇਹ ਵੀ ਇਸੇ ਤਰ੍ਹਾਂ ਵੀ ਜੇ ਇੱਕ ਟੂਲ ਪਲਾਜ਼ੇ ਤੋਂ ਬਾਈਪਾਸ ਸੜਕ ਬਣਾ ਦਿਓ ਤੇ ਟੂਲ ਪਲਾਜ਼ਾ ਜਿਹੜਾ ਉਹ ਇੱਥੇ ਖੜਾ ਰਹੇਗਾ ਤੇ ਇਹ ਕਹਿਣ ਵੀ ਅਸੀਂ ਤੁਹਾਡੇ ਟੂਲ ਪਲਾਜ਼ੇ ਨੂੰ ਛੇੜਿਆ ਨਹੀਂ। ਇਹੀ ਤਰੀਕਾ ਇਹਨਾਂ ਕੋਲ ਮੰਡੀ ਦਾ ਵੀ, ਅਸੀਂ ਤੁਹਾਡੀ ਮੰਡੀ ਨੂੰ ਛੇੜਿਆ ਨਹੀਂ, ਅਸੀਂ ਮੰਡੀ ਦਾ ਕੋਈ ਰੱਦੋ ਬਦਲ ਨਹੀਂ ਕੀਤਾ। ਪਰ ਮੰਡੀਕਰਨ ਬੋਰਡ ਜਿਹੜਾ ਉਹ ਇਸ ਤਰੀਕੇ ਦੇ ਨਾਲ ਫੇਲ ਹੋ ਜਾਏਗਾ, ਕਿਉਂਕਿ ਜਿਹੜੀ ਸਰਕਾਰ ਦੇ ਨੁਮਾਇੰਦੇ ਆ ਇਹਨਾਂ ਦਾ ਗੁਜ਼ਾਰਾ ਤਨਖਾਹ ਦੇ ਨਾਲ 60 ਲੱਖ ਰੁਪਏ ਦੇ ਵਿੱਚ ਹੁੰਦਾ ਤੇ ਜਿਹੜਾ ਕਿਸਾਨ ਹੈ ਐਵਰੇਜ ਉਹਦਾ ਗੁਜ਼ਾਰਾ ਹੈ ਉਹ ਲੱਖ ਤੋਂ ਲੈ ਕੇ 5 ਲੱਖ ਦੇ ਵਿੱਚ ਸਾਲ ਦਾ ਕਰਦਾ, ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਉਹਦੇ ਨਾਲ ਕਰਦਾ। ਇਹ ਫਿਰ ਵੀ ਇਹਨਾਂ ਨੂੰ ਉਹ ਰੜਕ ਰਿਹਾ ਵੀ ਇੰਨੀ ਵੀ ਆਮਦਨ ਜਿਹੜੀ ਆ ਉਹ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਨਹੀਂ ਚਾਹੀਦੀ। ਇਹਨਾਂ ਦਾ ਇਹ ਤਰੀਕਾ ਤੇ ਜਿਹੜੀ ਇਹ 60 ਲੱਖ ਨਾਲ ਗੁਜ਼ਾਰਾ ਕਰਦੇ ਆ ਜਾਂ ਅਬਾਨੀ ਅਰਬਾਂ ਖਰਬਾਂ ਨਾਲ ਗੁਜ਼ਾਰਾ ਕਰਦਾ, ਉਹਨੂੰ ਇਹ ਚੀਜ਼ਾਂ ਦੀ ਕੀ ਲੋੜ ਹੈ? ਉਹ ਧਨ ਥੋੜੀ ਖਾਂਦਾ ਜੀ, लोगों ने भी रोटी खानी, लोग तड़प रहे। आपने अंबानी का जिक्र किया, 1500 टावरों को कहते हैं पंजाब में उसको नुकसान पहुंचाया गया। वो टावर्स उनको दिखते हैं कि किसान उनको सड़कों पे नहीं दिख रहे? बिल्कुल नहीं, उन्होंने देख रहे जी। टावर उन्होंने दिस रहे हैं क्योंकि टावर जिहड़ी है उन्होंने प्रॉपर्टी है, अपनी प्रॉपर्टी नूं साਂਭ रहे हैं। किसान शांतमई तरीके दे नाल दिल्ली दे विच बैठे हुए ने, ਜਿਹੜੇ पिछले महीने ਦੀ 25 तरीक तो ਇੱਥੇ बैठे हुए ने। लगभग 1.5 ਮਹੀਨਾ ਉਹਨਾਂ ਨੂੰ ਕਿਸਾਨਾਂ ਨੂੰ ਸੜਕਾਂ ਤੇ ਬੈਠੇ ਹੋ ਗਿਆ। ਜੇ ਕਈ ਬੱਚੇ ਉੱਥੇ ਜਿਹੜੇ ਆ ਉੱਥੇ ਜਾ ਕੇ ਬੈਠੇ ਨੇ, ਉਹਨਾਂ ਦੇ ਵਿੱਚੋਂ ਨੌਜਵਾਨ ਤੇ ਬਜ਼ੁਰਗ ਕਈ ਜਿਹੜੇ ਆ ਉੱਥੇ ਆਪਣੀ ਜਾਨ ਦੇ ਚੁੱਕੇ ਆ। ਤਾਂ ਇਹ ਜਿਹੜੇ ਸਰਕਾਰ ਦੇ ਨੁਮਾਇੰਦੇ ਇਹਨਾਂ ਨੇ ਸਾਡੇ ਘਰਾਂ ਦੇ ਵਿੱਚ ਆ ਕੇ ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ ਬਦਾਮ ਖਾਦੇ, ਚਾਹ ਪੀਤੀ, ਪਕੌੜੇ ਖਾਦੇ, ਇਹਨਾਂ ਨੂੰ ਕੋਈ ਸ਼ਰਮ ਨਹੀਂ ਵੀ ਇਹਨਾਂ ਲੋਕਾਂ ਨੇ ਇਹਨਾਂ ਦਾ ਇੰਨਾ ਜ਼ਿਆਦਾ ਸਤਿਕਾਰ ਕੀਤਾ, ਇਹਨਾਂ ਦਾ ਇੰਨਾ ਜ਼ਿਆਦਾ ਸਤਿਕਾਰ ਕੀਤਾ। ਉਹ ਸਤਿਕਾਰ ਨੂੰ ਇਹ ਭੁੱਲ ਗਏ। ਤਾਂ ਹੁਣ ਇਹ ਸਰਕਾਰ ਦੇ ਜ਼ੋਰ ਨਾਲ ਇਹ ਕਹਿੰਦੇ ਵੀ ਇਹਨਾਂ ਨੂੰ ਅਸੀਂ ਜਿਹੜੇ ਡੰਡੇ ਵਰਸਾਉਣੇ ਆ, ਇਹਨਾਂ ਦੇ ਪਰਚੇ ਦਰਜ ਕਰਨੇ, ਇਹੋ ਜਿਹੀਆਂ ਧਮਕੀਆਂ ਦਿੰਦੇ ਨੇ, ਨਾ ਕਿ ਸਾਡੇ ਨਾਲ ਇਹ ਨਿਆਂ ਕਰਨ ਵਾਲੇ ਪਾਸੇ ਨੂੰ ਜਾ ਰਹੇ। हम सर देख रहे थे रास्ते में जब आ रहे थे कि बहुत सारे रिलायंस के जहाँ जहाँ पर पेट्रोल पंप थे वहाँ पर सरकार ने उनको प्रोटेक्शन दे के रखी है, लेकिन किसान अपनी ज़मीन को प्रोटेक्शन के लिए एहतजाज कर रहे हैं, बल्कि प्रोटेस्ट कर रहा है। उनकी प्रोटेक्शन की सरकार बात नहीं कर रही है। आप किस तरह उसको भी देखते हैं? सर ਇਹ ਇਸ ਤਰ੍ਹਾਂ ਦੀ ਗੱਲ ਹੈ ਵੀ ਜਿਵੇਂ ਸਰਕਾਰ ਜਿਹੜੀ ਹੈ ਬਿਲਕੁਲ ਅੰਨੀ ਬੋਲੀ ਹੋਵੇ। ਲੋਕਤੰਤਰ ਦੇ ਵਿੱਚ ਲੋਕਾਂ ਨੂੰ ਦੇਖਣਾ ਚਾਹੀਦਾ। ਅਡਾਨੀ ਅਬਾਨੀ ਦੀ, ਰਿਲਾਇੰਸ ਦੀ ਇੱਕ ਵੋਟ ਹੈ, ਸਰਕਾਰ ਉਹਦੇ ਅੱਗੇ ਵੇਖ ਰਹੀ ਹੈ। ਤੇ ਜਿੰਨਾ ਵੀ ਬੀਜੇਪੀ ਦਾ ਸਾਰਾ ਢਾਂਚਾ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਿਸ ਤਰੀਕੇ ਦੇ ਨਾਲ ਜਿਹੜੇ ਪਾਸੇ ਨੂੰ ਮੋਦੀ ਪੂਰੇ ਬੀਜੇਪੀ ਦੇ ਸਰਕਲ ਨੂੰ ਲਿਜਾ ਰਿਹਾ, ਉਹ ਉਹਨਾਂ ਲਈ ਘਾਤਕ ਹੋਏਗਾ। ਜੇ ਲੋਕਾਂ ਦੇ ਵਿੱਚੋਂ ਉਹਨਾਂ ਨੇ ਵੋਟਾਂ ਲੈਣੀਆਂ ਤਾਂ ਸਹੀ ਤਰੀਕੇ ਨਾਲ ਲੈਣੀਆਂ। ਇਲੈਕਸ਼ਨ ਦੇ ਵਿੱਚ ਹੇਰਾਫੇਰੀ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹੇਗੀ, ਜੇਕਰ ਉਹ ਕਿਸਾਨਾਂ ਦੇ ਨਾਲ, ਲੋਕਾਂ ਨਾਲ ਜੁੜ ਕੇ ਰਹਿਣ। ਇਹ ਗੱਲ ਉਹਨਾਂ ਨੂੰ ਸਮਝਣੀ ਚਾਹੀਦੀ ਹੈ। ਉਹ ਰਿਲਾਇੰਸ ਨੂੰ ਪ੍ਰੋਟੈਕਸ਼ਨ ਦੇ ਰਹੇ ਹੈ, ਜਦ ਕਿ ਲੋਕਾਂ ਨੂੰ ਪ੍ਰੋਟੈਕਸ਼ਨ ਜਿਹੜੀ ਹੈ, ਜਿਹੜੀ ਪੀਪਲਸ ਹੈ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਹੈ, ਜਿਹੜੇ ਰੋਸ ਮੁਜ਼ਾਹਰੇ ਕਰਦੇ ਰਹੇ, ਜਿਨ੍ਹਾਂ ਨੂੰ ਤਕਲੀਫ ਹੈ ਇਹਨਾਂ ਗੱਲਾਂ ਦੀ। भाजपा सरकार ये भी कहती है कि जो भाजपा जमात है यानी पार्टी है वो किसान और मजदूरों की है। वही हम जम्मू में देखते हैं, वही मजदूर किसान सड़कों पे है, दिल्ली में सरकार किसान सड़कों पे है। तो किस तरह देखते हैं जो दावे करते हैं? ਸਰਕਾਰ ਨੇ ਇਹ ਗੱਲਾਂ ਵਿਚਾਰੀਆਂ ਨੇ, ਇਹ ਇਹਨਾਂ ਦਾ ਝੂਠਾ ਦਾਵਾ, ਬਿਲਕੁਲ ਝੂਠਾ ਦਾਵਾ ਵੀ ਅਸੀਂ ਲੋਕਾਂ ਦੀ ਸਰਕਾਰ ਆ, ਅਸੀਂ ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਆ। ਬਿਲਕੁਲ ਨਹੀਂ, ਕਿਸਾਨ ਮਜ਼ਦੂਰ ਹੀ ਸੜਕ ਉੱਤੇ ਬੈਠੇ ਹੋਏ ਨੇ, ਉਹ ਉਹਨਾਂ ਨੂੰ ਦਿਸ ਨਹੀਂ ਰਹੇ। ਇਹ ਝੂਠ ਬੋਲ ਕੇ ਦੂਜੇ ਲੋਕਾਂ ਤੇ ਇਹ ਪਰਦਾ। ਕੱਲ ਕਿੰਨੇ ਸਾਰੇ ਜੋਗੀ ਵੀ ਜਿਹੜੇ ਹੈ ਉਹ ਵੀ ਆ ਕੇ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਹੋਏ। ਲੱਖਾਂ ਦੀ ਤਾਦਾਦ ਦੇ ਵਿੱਚ ਦੂਜੀਆਂ ਸਟੇਟਾਂ ਤੋਂ ਲੋਕ ਜਿਹੜੇ ਆ ਉਹ ਉਹਦੇ ਵਿੱਚ ਸ਼ਾਮਲ ਹੋਏ। ਦਿੱਲੀ ਦਾ ਧਰਨਾ ਦਿਨ ਵੇ ਦਿਨ ਜਿਹੜਾ ਉਹ ਲੰਬਾ ਹੁੰਦਾ ਜਾ ਰਿਹਾ, ਉੱਥੇ ਗੈਦਰਿੰਗ ਵੱਧ ਰਹੀ ਹੈ। ਉਹ ਕਿਹਨਾਂ ਚੀਜ਼ਾਂ ਕਰਕੇ ਵੱਧ ਰਹੀ ਹੈ? ਜਦੋਂ ਲੋਕ ਜਾਗਰੂਕ ਹੋ ਰਹੇ ਨੇ, ਉੱਥੇ ਕੋਈ ਕਿਸਾਨਾਂ ਕੋਲ ਬਹੁਤਾ ਪ੍ਰਚਾਰ ਦਾ ਕੋਈ ਸਾਧਨ ਨਹੀਂ, ਪਰ ਲੋਕਾਂ ਨੇ ਜਿੰਨੇ ਵੀ ਗਰੁੱਪਾਂ ਦੇ ਰਾਹੀਂ ਦੇਖਿਆ, ਉੱਥੇ ਆ ਕੇ ਲੋਕ ਉਹਨਾਂ ਦੇ ਵਿੱਚ ਜੁੜ ਗਏ। ਹਰੇਕ ਵਰਗ ਨੂੰ ਦਰਦ ਹੈ ਬਗੈਰ बीजेपी सरकार तो। क्या बीजेपी जो है वो झूठ बोल रही है फिर कि जो सरकार है वो किसानों और मजदूरों की है? बिल्कुल झूठ बोल रही है जी। जे ਉਹ ਇਹ ਗੱਲ ਚਾਹੁੰਦੇ ਤਾਂ ਜਿਹੜੇ ਉੱਥੇ ਜਾ ਕੇ ਬੈਠੇ ਹੋਏ ਨਿਰੋਲ ਕਿਸਾਨ ਤੇ ਮਜ਼ਦੂਰ ਨੇ, ਤਾਂ ਦੂਜੇ ਵਰਗ ਵੀ ਜਿਹੜੇ ਉਹਨਾਂ ਦੇ ਨਾਲ ਜੁੜ ਗਏ, ਉਹਨਾਂ ਨੂੰ ਇਹ ਚੀਜ਼ਾਂ ਸਮਝ ਆ ਗਈਆਂ। ਸਰਕਾਰ ਨੂੰ ਇਹ ਚੀਜ਼ਾਂ ਸਮਝ ਨਹੀਂ ਆਈਆਂ ਵੀ ਹਿੰਦੁਸਤਾਨ ਦਾ ਟੋਟਲ ਜਿਹੜਾ ਆਰਥਿਕ ਢਾਂਚਾ ਉਹ ਡੁੱਬ ਜਾਣਾ। ਕਿਉਂਕਿ ਜਿਸ ਤਰ੍ਹਾਂ BSNL ਜਿਹੜੀ ਹੈ ਉਹ ਜੀਓ ਦੇ ਸਾਹਮਣੇ ਮਰ ਗਈ, ਟਰਾਂਸਪੋਰਟ ਜਿਹੜੀ ਹੈ ਸਰਕਾਰੀ ਉਹ ਪ੍ਰਾਈਵੇਟ ਟਰਾਂਸਪੋਰਟ ਦੇ ਸਾਹਮਣੇ ਮਰ ਗਈ, ਸਰਕਾਰੀ ਸਕੂਲ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਦੇ ਸਾਹਮਣੇ ਡੁੱਬ ਗਏ। ਇਸ ਗੱਲ ਕਰਕੇ ਪ੍ਰਾਈਵੇਟ ਚੀਜ਼ਾਂ ਜਿਹੜੀਆਂ ਉਹ ਲੋਕਾਂ ਦੇ ਕੋਲੋਂ 3-4 ਗੁਣਾ ਵੱਧ ਪੈਸੇ ਲੈ ਕੇ ਸਰਕਾਰੀ ਚੀਜ਼ਾਂ ਨੂੰ ਫੇਰ ਵੀ ਡੋਬ ਦਿੰਦੀਆਂ। ਲੋਕ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਕਰ ਲੈਂਦੇ ਆ। ਇਹ ਜਿਹੜਾ ਢਾਂਚਾ ਹੈ ਇਹਨਾਂ ਨੂੰ ਇਹ ਵਿਚਾਰਨਾ ਚਾਹੀਦਾ। ਜਦੋਂ ਆਪਣੇ ਹੱਥੋਂ ਇਹ ਆਵਾਜ਼ ਨਿਕਲ ਗਿਆ, ਜਦੋਂ ਆਪਣੇ ਹੱਥ 'ਚੋਂ ਇੱਕ ਸਰਕਾਰ ਦੇ ਤੋਂ ਇਹ ਚੀਜ਼ਾਂ ਜਿਹੜੀਆਂ ਛੁੱਟ ਗਈਆਂ, ਇਹ ਆਮ ਲੋਕਾਂ ਨੂੰ ਜਿਹੜਾ ਬਹੁਤ ਔਖਾ ਹੋ ਜਾਏਗਾ। ਜਿਸ ਤਰ੍ਹਾਂ ਸਲੀਪਰ ਕਲਾਸ ਤੁਸੀਂ ਰੇਲਵੇ ਦੇਖੋ, ਸਲੀਪਰ ਦੇ ਵਿੱਚ ਕਿਰਾਇਆ ਜਿਹੜਾ ਇੱਥੋਂ ਲੈ ਕੇ ਜੇ ਬੰਦੇ ਨੇ ਅਹਿਮਦਾਬਾਦ ਜਾਣਾ ਹੋਏ ਲਗਭਗ 2500 ਰੁਪਈਆ, ਜਰਨਲ ਦੇ ਵਿੱਚ 300 ਰੁਪਈਆ। ਤਾਂ ਜਰਨਲ ਦੇ ਵਿੱਚ ਲੋਕਾਂ ਨੂੰ ਸੀਟਾਂ ਪ੍ਰਾਪਤ ਨਹੀਂ ਹੁੰਦੀਆਂ 300 ਰੁਪਏ ਵਾਲਿਆਂ ਨੂੰ,
ਉਹ ਲੋਕ ਜਿਹੜੇ ਬਿੱਲ ਲਿਆ ਰਹੇ ਕਿੱਦਾਂ ਆਪਣੇ ਤੇ ਉਹ ਕਿੱਦਾਂ ਕਿਸ ਤਰੀਕੇ ਨਾਲ ਗੁਜ਼ਾਰਾ ਕਰਨਗੇ। ਅਸੀਂ ਕਹਿੰਦੇ ਹਾਂ ਸਮਝਾਉਣ ਸਾਨੂੰ ਕਿਹੜੇ ਤਰੀਕੇ ਨਾਲ ਉਹ ਗੁਜ਼ਾਰਾ ਕਰ ਰਹੇ। ਜਿਹੜੇ ਲੋਕ ਧੱਕੇ ਖਾ ਕੇ 4 ਦਿਨ ਦੇ ਵਿੱਚ ਅਹਿਮਦਾਬਾਦ ਪਹੁੰਚਣਗੇ ਜਾਂ ਬੰਬਈ ਪਹੁੰਚਣਗੇ, ਉਹ 300 ਰੁਪਏ ਵਾਲੀ ਟਿਕਟ ਜਿਹੜੀ ਹੈ ਕਿਉਂ ਲੈਂਦੇ, 2500 ਵਾਲੀ ਉਹ ਲੈ ਹੀ ਨਹੀਂ ਸਕਦੇ। ਉਹਨਾਂ ਤੇ ਵੀ ਇਹ ਬਿੱਲ ਲਾਗੂ ਕਰ ਰਹੇ ਹੈ। ਕਿਸ ਤਰੀਕੇ ਨਾਲ ਇਹ ਕਹਿਣਗੇ ਵੀ ਅਸੀਂ ਕਿਸਾਨਾਂ ਜਾਂ ਮਜ਼ਦੂਰਾਂ ਦੀ ਸਰਕਾਰ ਆ? ਬਿਲਕੁਲ ਝੂਠ ਬੋਲ। ਮੀਡੀਆ ਦੇ ਬਾਰੇ ਕੀ ਕਹਿਣਾ ਤੁਹਾਡਾ, ਜਿਹੜਾ ਮੋਦੀ ਮੀਡੀਆ ਹੈ? ਮੀਡੀਆ ਦੇ ਕੋਲ ਇੱਕੋ ਇੱਕ ਜਾਨ ਸੀਗੀ ਵੀ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਗੋਦੀ ਮੀਡੀਆ ਬਣ ਗਿਆ, ਮੋਦੀ ਮੀਡੀਆ ਬਣ ਗਿਆ, ਗੋਦੀ ਮੀਡੀਆ ਬਣ ਗਿਆ, ਜਿਹੜਾ ਉਹਨਾਂ ਨੂੰ ਇਹ ਖਮਿਆਜਾ ਭੁਗਤਣਾ ਪਏਗਾ। ਜਿਹੜਾ ਮੀਡੀਆ ਉਹਨੇ ਲੋਕਾਂ ਦੀ ਖਬਰ ਦੇਣੀ ਹੈ, ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਵਿਚਰਨਾ। ਜੇ ਉਹ ਇੱਕ ਬੰਦੇ ਦੇ ਗੁਲਾਮ ਹੋ ਜਾਣਗੇ, ਆਉਣ ਵਾਲੇ ਟਾਈਮ ਦੇ ਵਿੱਚ ਡੁੱਬ ਜਾਣਗੇ। ਇਹ ਚੀਜ਼ਾਂ ਨੂੰ ਉਹਨਾਂ ਨੇ ਹਾਲੇ ਤੱਕ ਸਟੱਡੀ ਨਹੀਂ ਕੀਤਾ। ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਚੀਜ਼ਾਂ ਰਹਿਣਗੀਆਂ। ਹਿਸਟਰੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਪੰਨਿਆਂ ਤੇ ਲਿਖੀਆਂ ਜਾਣੀਆਂ ਨੇ ਵੀ ਇਹ ਮੀਡੀਆ ਨੇ ਇਸ ਟਾਈਮ ਦੇ ਉੱਤੇ ਐਡਾ ਵੱਡਾ ਅੰਦੋਲਨ ਜਿਹੜਾ ਹਿੰਦੁਸਤਾਨ ਦੇ ਵਿੱਚ ਚੱਲਿਆ, ਉਹ ਕੀ ਰੋਲ ਅਦਾ ਕੀਤਾ। ਸਾਰੇ ਮੀਡੀਆ ਨੂੰ ਜਿਹੜਾ ਕਿਸਾਨ ਨੇ ਉਹ ਪਛਾਣਦੇ, ਉਹ ਅਨਪੜ੍ਹ ਨਹੀਂ। ਕੀ ਸਮਝਦੇ ਹੋ ਇਹ ਜਿਹੜੀ ਸਰਕਾਰ ਹੈ, ਇਹ ਬ੍ਰਿਟਿਸ਼ ਸਰਕਾਰ ਕੋਲੋਂ ਵੀ ਜ਼ਿਆਦਾ ਤਾਨਾਸ਼ਾਹ? ਬਿਲਕੁਲ ਬ੍ਰਿਟਿਸ਼ ਸਰਕਾਰ ਤੋਂ ਜ਼ਿਆਦਾ ਤਾਨਾਸ਼ਾਹ ਹੈ। ਬ੍ਰਿਟਿਸ਼ ਸਰਕਾਰ ਦੇ ਕੋਲ ਇੰਨੀ ਫੋਰਸ, ਇੰਨੇ ਹਥਿਆਰ ਤੇ ਇੰਨੀ ਪਬਲਿਕ ਦਬਾਉਣ ਦੇ ਲਈ ਨਹੀਂ ਸੀ। ਇਹਨਾਂ ਕੋਲ ਜਿੰਨੀ ਫੋਰਸ, ਜਿੰਨੀ ਤਾਕਤ ਹੈ, ਤੇ ਇਹਨਾਂ ਨੇ ਲੋਕਾਂ ਕੋਲੋਂ ਵੋਟਾਂ ਲੈ ਕੇ ਲੋਕਾਂ ਤੇ ਜ਼ੁਲਮ ਕਰਨ ਵਾਲੀ ਸਰਕਾਰ ਹੈ। ਜਿਹੜੀ ਬ੍ਰਿਟਿਸ਼ ਸਰਕਾਰ ਹੈ, ਉਹਨਾਂ ਨੇ ਲੋਕਾਂ ਕੋਲੋਂ ਵੋਟਾਂ ਨਹੀਂ ਸੀ ਲਈਆਂ, ਪਰ ਫਿਰ ਵੀ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਲਿਆਉਂਦੀਆਂ, ਜਿਵੇਂ ਰੇਲਵੇ ਲਿਆਉਂਦੀ, ਵਪਾਰ ਦੇ ਮਾਧਿਅਮ ਜਿਹੜੇ ਲਿਆਉਂਦੇ, ਉਹ ਉਹਨਾਂ ਦੀਆਂ ਕਈ ਨਹਿਰਾਂ ਹਿੰਦੁਸਤਾਨ ਦੇ ਵਿੱਚ ਬਣਾਈਆਂ। ਕਈ ਚੀਜ਼ਾਂ ਉਹਨਾਂ ਦੀਆਂ ਚੰਗੀਆਂ ਨੇ। ਇਹਨਾਂ ਨੇ ਨਹਿਰਾਂ ਬੰਦ ਕੀਤੀਆਂ ਤਾਂ ਧਰਤੀ ਹੇਠਲਾ ਪਾਣੀ ਜਿਹੜਾ ਉਹਨੂੰ ਵਰਤਣ ਦੀ ਕੋਸ਼ਿਸ਼ ਕਿਸਾਨਾਂ ਤੋਂ ਕਰਵਾਈ ਹੈ ਵੀ ਤੁਸੀਂ ਮੋਟਰਾਂ ਲਾਓ, ਤਾਂ ਜਿਹੜਾ ਨੈਚੁਰਲ ਪਾਣੀ ਹੈ, ਵਹਾਅ ਹੈ, ਉਹ ਜਿੱਦਾਂ ਮਰਜ਼ੀ ਸਮੁੰਦਰ ਨੂੰ ਜਾਏ, ਉਹਦੇ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ। ਧਾਰਾ 370 ਦੀ ਗੱਲ ਕਦੇ ਹੋਈ ਹੈ ਪੰਜਾਬ 'ਚ? ਇਹ ਵੋਟਾਂ ਲੈਂਦੇ ਨੇ ਧਾਰਾ 370 ਦੀ। ਧਾਰਾ 370 ਜਿਹੜਾ ਇਹਨਾਂ ਨੇ ਜੰਮੂ ਕਸ਼ਮੀਰ ਦੇ ਨਾਲ ਬਹੁਤ ਵੱਡਾ ਅਨਿਆਂ ਕੀਤਾ। ਉੱਥੋਂ ਦੇ ਕਲਚਰ ਨੂੰ ਇਹਨਾਂ ਨੂੰ ਦੇਖਣਾ ਚਾਹੀਦਾ, ਐਟਮੋਸਫੇਅਰ ਨੂੰ ਦੇਖਣਾ ਚਾਹੀਦਾ। ਜਿਹੜੇ ਹਿੱਲੀ ਏਰੀਆ ਦੇ ਵਿੱਚ ਬਰਫ਼ ਪੈਂਦੀ ਹੈ, ਉੱਥੇ ਲੋਕਾਂ ਦੇ ਖਾਣ ਦੇ ਲਈ ਉਹਨਾਂ ਕੋਲ ਇੱਕ ਦਾਣਾ ਨਹੀਂ, 1 ਕਿਲੋ ਅਨਾਜ ਨਹੀਂ ਉਹਨਾਂ ਦੇ ਕੋਲੋਂ। ਪਹਿਲਾਂ ਉਹ ਚੀਜ਼ਾਂ ਨੂੰ ਵਿਚਾਰਨਾ ਚਾਹੀਦਾ, ਫਿਰ 300 ਧਾਰਾ ਜਿਹੜੀ ਆ ਉਹ ਤੋੜਨੀ ਚਾਹੀਦੀ। ਹਿਮਾਚਲ ਵਿਚਲੀ ਧਾਰਾ ਇਹਨਾਂ ਨੇ ਕਿਉਂ ਤੋੜੀ? ਇਹ ਨਿਰੋਲ ਤੇ ਨਿਰੋਲ ਧਰਮ ਦੇ ਨਾਂ ਤੇ ਇਹਨਾਂ ਨੇ ਵਿਤਕਰਾ ਕੀਤਾ। ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਦੇ ਨੇ। ਲੋਕਾਂ ਨੂੰ ਇਹ ਗੱਲ ਤੋਂ ਸਜਾਗ ਹੋਣਾ ਚਾਹੀਦਾ ਵੀ ਜਿੰਨੇ ਵੀ ਉੱਪਰ ਨੁਮਾਇੰਦੇ ਬੈਠੇ ਨੇ, ਉਹ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਵੋਟਾਂ ਲੈਂਦੇ ਨੇ। ਇਹ ਜਿਹੜਾ ਤਰੀਕਾ ਸਰਕਾਰ ਦਾ, ਇਹਨੂੰ ਬਿਲਕੁਲ ਲੋਕਾਂ ਨੂੰ ਸੁਚੇਤ ਹੋ ਕੇ ਫੇਲ ਕਰਨਾ ਚਾਹੀਦਾ। ਧਾਰਾ 370 ਜਿਹੜੀ ਹੈ ਉਹ ਸਟੱਡੀ ਤੋਂ ਬਗੈਰ ਨਹੀਂ ਸੀ ਤੋੜੀ ਜਾਣੀ ਚਾਹੀਦੀ। ਉਹ ਬਿਲਕੁਲ ਗਲਤ ਕੀਤਾ ਇਹਨਾਂ।